ਸਤਿ ਸ਼੍ਰੀ ਅਕਾਲ ਜੀ। ਦੇਸ਼ ਤੋਂ ਵਿਦੇਸ਼ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਮਨਦੀਪ ਚੰਦੀ ਸਵਾਗਤ ਕਰਦੇ ਹਾਂ। ਉਮੀਦ ਕਰਦੇ ਹਾਂ ਤੁਸੀਂ ਸਭ ਬਿਲਕੁਲ ਠੀਕ ਠਾਕ ਹੋਵੋਗੇ। ਇਸ ਪ੍ਰੋਗਰਾਮ ਰਾਹੀਂ ਹਰ ਵਾਰ ਅਸੀਂ ਕੁਝ ਨਾ ਕੁਝ ਖਾਸ ਗੱਲਬਾਤ ਕਰਦੇ ਹਾਂ। ਅੱਜ ਇਹ ਪ੍ਰੋਗਰਾਮ ਕਿਸੇ ਖਾਸ ਮੁੱਦੇ ਦੇ ਉੱਤੇ ਹੈਗਾ, ਖਾਸ ਗੱਲਬਾਤ ਕਰਨੀ ਹੈ। ਮੁੱਦਾ ਹੈਗਾ ਜੀ ਘਰ ਬੈਠੇ ਤੁਸੀਂ ਕਿਸ ਤਰੀਕੇ ਦੇ ਨਾਲ ਕੈਨੇਡਾ ਦੇ ਵਿੱਚ PR ਲੈ ਸਕਦੇ ਹੋ। ਬੜਾ ਹੀ ਇੱਕ ਸਰਲ ਤੇ ਵਧੀਆ ਤਰੀਕਾ ਹੈ। ਇਸ ਦੇ ਲਈ ਮੇਰੇ ਨਾਲ ਗੱਲਬਾਤ ਕਰਨ ਲਈ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਨੇ ਦੀਪਕ ਨੋਰੀਆ ਜੀ। ਦੀਪਕ ਨੋਰੀਆ ਜੀ ਬਾਰੇ ਤੁਹਾਨੂੰ ਦੱਸ ਦਵਾਂ ਤੇ WWICS ਕੰਪਨੀ ਦੇ ਇਹ ਵਾਈਸ ਪ੍ਰੈਜ਼ੀਡੈਂਟ ਨੇ। ਇਸ ਕੰਪਨੀ ਦੀ ਜੇਕਰ ਗੱਲ ਕਰੀਏ ਤਾਂ 27 ਸਾਲਾਂ ਤੋਂ ਇਸ ਕੰਪਨੀ ਨੇ ਲੋਕਾਂ ਦੇ ਦਿਲਾਂ ਉੱਪਰ ਰਾਜ ਕੀਤਾ ਹੈ। 1.5 ਲੱਖ ਤੋਂ ਉੱਪਰ ਵੀਜ਼ੇ ਇਹ ਕੰਪਨੀ ਦੁਆਰਾ ਲਵਾਏ ਗਏ ਨੇ। ਕਿੰਨੀਆਂ ਸਾਰੀਆਂ ਕੰਪਨੀਜ਼ ਮਾਰਕੀਟ ਦੇ ਵਿੱਚ ਨੇ ਲੇਕਿਨ ਉਹ ਲੀਗਲ ਨਹੀਂ ਹੁੰਦੀਆਂ। ਇਹ ਕੰਪਨੀ ਸਰਟੀਫਾਈਡ ਹੈ, ਇਹ ਕੰਪਨੀ ਲੀਗਲ ਵੀ ਹੈ ਤੇ ਇਹਨਾਂ ਦੇ 25 ਤੋਂ ਉੱਪਰ ਬ੍ਰਾਂਚਸ ਨੇ, ਨਾ ਕਿ ਇਕੱਲੇ ਪੰਜਾਬ ਇੰਡੀਆ ਦੇ ਵਿੱਚ ਬਲਕਿ ਓਵਰਸੀਜ਼ ਦੇ ਵਿੱਚ ਇਹਨਾਂ ਦੀਆਂ ਬ੍ਰਾਂਚਸ ਵੀ ਮੌਜੂਦ ਨੇ। ਤੁਹਾਨੂੰ ਕਿਸੇ ਵੀ ਤਰੀਕੇ ਦੀ ਕੋਈ ਵੀ ਕੁਐਰੀ ਹੋਵੇ ਤਾਂ ਤੁਸੀਂ ਇਹਨਾਂ ਦੇ ਨਾਲ ਕਾਲ ਕਰਕੇ ਰਾਬਤਾ ਕਰ ਸਕਦੇ ਹੋ। ਤੇ ਇਸ ਦੇ ਨਾਲ ਹੀ ਅਸੀਂ ਸਵਾਗਤ ਕਰਦੇ ਹਾਂ ਦੀਪਕ ਨੋਰੀਆ ਜੀ ਦਾ ਤੇ ਉਹਨਾਂ ਦੇ ਨਾਲ ਕਰਦੇ ਹਾਂ PR ਤੋਂ ਜੁੜੀਆਂ ਹੋਈਆਂ ਖਾਸ ਗੱਲਾਂ ਬਾਤਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਾਰੇ ਵਿਊਅਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ WWICS ਟੀਮ ਤੇ ਮੇਰੇ ਵੱਲੋਂ। ਅੱਜ ਅਸੀਂ ਇਸ ਸਟੂਡੀਓ 'ਚ ਆਏ ਹਾਂ, ਡਿਸਕਸ ਕਰਾਂਗੇ ਕੈਨੇਡਾ ਦੀ ਪਰਮਾਨੈਂਟ ਰੈਜ਼ੀਡੈਂਸੀ ਦੀ ਕੀ ਆਪਸ਼ਨਸ ਹੈ, ਕਿਹੜੇ ਮੇਜਰ ਪ੍ਰੋਗਰਾਮਸ ਨੇ, ਇਨ ਪਾਰਟਿਕੂਲਰ ਐਕਸਪ੍ਰੈਸ ਐਂਟਰੀ ਤੇ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮਸ ਦੇ ਬਾਰੇ ਐਕਸਪਰਟਸ ਓਪੀਨੀਅਨ ਤੁਹਾਨੂੰ ਮੈਂ ਦੇਵਾਂਗਾ। ਕੀ ਐਲੀਜੀਬਿਲਿਟੀ ਹੈ, ਕਿਸ ਤਰ੍ਹਾਂ ਇਹਨੂੰ ਅੱਗੇ ਲਿਜਾਇਆ ਜਾ ਸਕਦਾ ਔਰ ਕਿਸ ਤਰ੍ਹਾਂ ਤੁਸੀਂ PR ਲੈ ਸਕਦੇ ਹੋ। ਦੀਪਕ ਜੀ, ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਕੈਨੇਡਾ ਦੀ PR ਲੈਣ ਵਾਸਤੇ ਸਭ ਤੋਂ ਈਜ਼ੀ, ਸਰਲ ਤੇ ਸਭ ਤੋਂ ਜ਼ਿਆਦਾ ਜਲਦੀ ਕਿਹੜਾ ਤਰੀਕਾ ਹੈਗਾ? ਕਿਸ ਤਰੀਕੇ ਨਾਲ ਸਾਡੇ ਜਿਹੜੇ ਦਰਸ਼ਕ ਨੇ ਘਰ ਬੈਠੇ PR ਹਾਸਲ ਕਰ ਸਕਦੇ ਨੇ? ਸਭ ਤੋਂ ਆਸਾਨ ਔਰ ਸਭ ਤੋਂ ਪਪੂਲਰ ਇਸ ਵੇਲੇ ਪ੍ਰੋਗਰਾਮ ਹੈ ਜਿਹਦਾ ਨਾਮ ਹੈ ਐਕਸਪ੍ਰੈਸ ਐਂਟਰੀ। ਇਹ ਫੈਡਰਲ ਦਾ ਪ੍ਰੋਗਰਾਮ ਹੈ ਜਿਹਦੇ ਵਿੱਚ ਪੁਆਇੰਟ ਸਿਸਟਮ ਹੈ ਵਿਚ ਇਜ਼ ਲਿੰਕਡ ਵਿਦ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ, ਕੈਨੇਡੀਅਨ ਐਕਸਪੀਰੀਅੰਸ ਕਲਾਸ ਐਂਡ ਪੋਰਸ਼ਨ ਆਫ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮਸ। ਸੋ ਇਹ ਪੁਆਇੰਟ ਬੇਸਡ ਪ੍ਰੋਗਰਾਮ ਹੈ ਜਿਹਦੇ ਵਿੱਚ 1200 ਪੁਆਇੰਟਸ ਦਾ ਕ੍ਰਾਈਟੇਰੀਆ ਹੈ ਜੀ। ਜੇ ਤੁਸੀਂ ਕੱਟ ਆਫ ਮੀਟ ਕਰਦੇ ਹੋ, ਮੈਰਿਟ ਤੇ ਆਉਂਦੇ ਹੋ, ਤੁਹਾਨੂੰ ITA ਮਿਲਦਾ ਹੈ ਤਾਂ ਤੁਹਾਨੂੰ ਡਾਇਰੈਕਟ ਪਰਮਾਨੈਂਟ ਰੈਜ਼ੀਡੈਂਸੀ ਵਿਦ ਫੈਮਿਲੀ ਆਪਣੇ ਡਿਪੈਂਡੈਂਟ ਬੱਚਿਆਂ ਦੇ ਨਾਲ, ਸਪਾਊਸ ਦੇ ਨਾਲ ਤੁਹਾਨੂੰ ਇੰਡੀਆ 'ਚੋਂ PR ਮਿਲੇਗੀ। ਦੈਨ ਓਨਲੀ ਯੂ ਵਿਲ ਲੈਂਡ ਇਨ ਕੈਨੇਡਾ। ਸਭ ਤੋਂ ਸਕਸੈਸਫੁਲ ਪ੍ਰੋਗਰਾਮ ਹੈ, ਲਾਂਚ ਹੋਇਆ ਸੀ 2015 'ਚ ਔਰ ਪਿਛਲੇ 6 ਸਾਲਾਂ ਤੋਂ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਹੈ। ਈਵਨ ਇਨ ਦਿਸ ਈਅਰ ਇਸ ਵੇਲੇ ਤੱਕ ਤਕਰੀਬਨ 85,000 ਲੋਕਾਂ ਨੂੰ ਸਟਿਲ ਅਕਤੂਬਰ 2020 ITA ਮਿਲ ਚੁੱਕੇ ਨੇ। ਜੋ ਕਰੋਨਾ ਵਾਇਰਸ ਦਾ ਦੌਰ ਚੱਲਦਾ ਪਿਆ, ਪਿਛਲੇ 7 ਮਹੀਨੇ ਕਾਫੀ ਕੰਮ ਖਰਾਬ ਰਿਹਾ ਵਾ, ਉਹਦਾ ਇਸ ਚੀਜ਼ ਦੇ ਉੱਤੇ ਵੀ ਕੋਈ ਪ੍ਰਭਾਵ ਪਿਆ ਵਾ? ਆਫ ਕੋਰਸ ਕਰੋਨਾ ਵਾਇਰਸ ਦੀ ਵਜ੍ਹਾ ਦੇ ਨਾਲ ਅੰਬੈਸੀਜ਼ ਔਰ VFS ਸੈਂਟਰਸ ਬੰਦ ਰਹੇ ਨੇ, ਬਟ ਆਨਲਾਈਨ ਪ੍ਰੋਸੈਸਿੰਗ ਐਂਡ ਫਾਈਲਿੰਗ ਇਹ ਕੰਟੀਨਿਊ ਰਹੀ। ਗਵਰਨਮੈਂਟ ਨੇ ਉਹਨੂੰ ਬਹੁਤ ਬੜਾਵਾ ਦਿੱਤਾ ਹੈ। ਈਵਨ ਵੀਜ਼ਾ ਆਫਿਸਰ, ਪ੍ਰੋਸੈਸਿੰਗ ਸੈਂਟਰਸ ਜਿਹੜੇ ਹੈਗੇ ਆ ਉਹਨਾਂ ਨੇ ਵਰਕ ਫਰੋਮ ਹੋਮ ਮਾਡਲ ਨੂੰ ਬਹੁਤ ਐਕਸਪੈਂਡ ਕੀਤਾ ਹੈ, ਪ੍ਰਾਇੋਰਟੀ ਦਿੱਤੀ ਹੈ ਉਹਨਾਂ ਨੂੰ। ਤੇ ਜਿੰਨੇ ਵੀ ਆਫਿਸਰਸ ਨੇ ਉਹ ਵੀ ਆਪਣੇ ਜਗ੍ਹਾ ਤੇ ਜਿੱਥੇ ਵੀ ਉਹ ਬੈਠੇ ਸੀਗੇ ਉਹਨਾਂ ਨੇ ਪ੍ਰੋਸੈਸਿੰਗ ਜਾਰੀ ਰੱਖੀ ਹੈ, ਜਿਹਦੀ ਵਜ੍ਹਾ ਨਾਲ ਆਨਲਾਈਨ ਫਾਈਲਿੰਗ ਤੇ ਪ੍ਰੋਸੈਸਿੰਗ ਈਵਨ ਇਨ ਦਿਸ ਪੈਂਡੈਮਿਕ ਇਟ ਵਾਸ ਗੋਇੰਗ ਔਨ ਜੀ। ਜੇਕਰ ਆਪਾਂ ਕੰਮਾਂ ਦੀ ਗੱਲ ਕਰੀਏ ਤਾਂ ਕਿਹੜੇ ਖੇਤਰ ਵਾਲੇ ਲੋਕ ਆ, ਖੇਤਰ ਵਾਲੇ ਕਿਹੜੇ ਲੋਕ ਨੇ ਜਿਹੜੇ ਇਸ ਪ੍ਰੋਗਰਾਮ ਦੇ ਰਾਹੀਂ ਆਪਣੀ ਜਿਹੜੀ ਆ ਐਪਲੀਕੇਸ਼ਨ ਲਾ ਸਕਦੇ ਨੇ? ਕਿਹੜੇ ਕੈਂਡੀਡੇਟ ਨੇ ਉਹ? See, this program is not occupation specific. ਇਹ ਕੋਈ particular occupation ਲਈ ਨਹੀਂ ਹੈਗਾ। ਇਹਦੇ ਵਿੱਚ ਹਰ ਇੱਕ ਤਰ੍ਹਾਂ ਦੇ ਕੰਮ ਕਰਨ ਵਾਲੇ ਲੋਕ ਜਿਨ੍ਹਾਂ ਕੋਲ ਪ੍ਰਾਇਮਰੀਲੀ ਐਜੂਕੇਸ਼ਨ ਹੋਣੀ ਚਾਹੀਦੀ ਹੈ ਐਂਡ ਰਿਲੇਟਡ ਫੀਲਡ ਆਫ ਸਟੱਡੀ। ਜਿਸ ਤਰ੍ਹਾਂ ਜੇ ਤੁਸੀਂ ਡਾਕਟਰ ਹੋ ਤਾਂ ਤੁਸੀਂ MBBS ਹੋਣੇ ਚਾਹੀਦੇ ਹੈ, ਟੀਚਰ ਹੋ ਤਾਂ ਤੁਸੀਂ B.Ed ਹੋਣੇ ਚਾਹੀਦੇ ਹੈ, ਰਾਈਟ? ਸੋ ਨੋ ਸਪੈਸੀਫਿਕ ਆਕੂਪੇਸ਼ਨ, ਹਰ ਇੱਕ ਆਕੂਪੇਸ਼ਨ ਐਲੀਜੀਬਲ ਹੈ। ਇਟ ਹੈਜ਼ ਗॉट ਅ ਵਾਸਟ ਪੋਟੈਂਸ਼ੀਅਲ ਆਫ ਕਾਲਿੰਗ ਫॉर एवरी ਆਕੂਪੇਸ਼ਨ ਟੂ ਗੈਟ ਪਰਮਾਨੈਂਟ ਰੈਜ਼ੀਡੈਂਸੀ। ਸੋ ਵੀ ਕੈਨੋਟ ਸੇ ਕੋਈ ਪਾਰਟਿਕੂਲਰ ਡਿਮਾਂਡ ਲਿਸਟ ਹੈਗੀ ਹੈ, ਨਹੀਂ, ਕੋਈ ਡਿਮਾਂਡ ਲਿਸਟ ਨਹੀਂ ਹੈ। ਸਿਰਫ ਤੁਸੀਂ ਪ੍ਰੋਫੈਸ਼ਨਲ ਹੋ ਜਾਂ ਤੁਸੀਂ ਮੈਨੇਜਰ ਹੋ ਜਾਂ ਈਵਨ ਸੁਪਰਵਾਈਜ਼ਰ ਹੋ, ਤੁਸੀਂ PR ਲੈ ਸਕਦੇ ਹੋ ਜੀ। ਜੇਕਰ ਤੁਸੀਂ ਹੁਣੇ ਥੋੜੀ ਦੇਰ ਪਹਿਲਾਂ ਗੱਲ ਕੀਤੀ ਵੀ CRS ਸਕੋਰ, ਇਹਦਾ ਜਿਹੜਾ ਸਕੋਰ ਹੈ ਮਿਨੀਮਮ, ਇਹਦਾ ਸਕੋਰ ਕਿੰਨਾ ਹੈਗਾ? ਕਿਵੇਂ ਕੀ ਤਰੀਕੇ ਹੈਗੇ ਨੇ ਜਿਹਦੇ ਨਾਲ ਕੋਈ ਵੀ ਕੈਂਡੀਡੇਟ ਆਪਣਾ ਜਿਹੜਾ ਸਕੋਰ ਆ ਉਹਨੂੰ ਟੱਚ ਕਰ ਸਕੇ? ਐਕਸਪ੍ਰੈਸ ਐਂਟਰੀ ਦੇ ਵਿੱਚ CRS ਜਿਹਨੂੰ ਕੰਪਰੀਹੈਂਸਿਵ ਰੈਂਕਿੰਗ ਸਿਸਟਮ ਕਿਹਾ ਜਾਂਦਾ ਹੈ, ਇਹ 1200 ਪੁਆਇੰਟਸ ਦੀ ਰੈਂਕਿੰਗ ਹੈ, ਗਲੋਬਲ ਰੈਂਕਿੰਗ ਕਹਿੰਦੇ ਆ ਇਹਨੂੰ। ਹਰ ਇੱਕ ਐਲੀਜੀਬਲ ਪ੍ਰੋਫਾਈਲ ਵਨਸ ਇਟ ਇਜ਼ ਅਸੈਪਟਡ ਇਨ ਐਕਸਪ੍ਰੈਸ ਐਂਟਰੀ ਪੂਲ, ਉਹਦੇ ਉੱਤੇ ਇਹ ਆਟੋਮੈਟਿਕ ਰੈਂਕਿੰਗ is applicable. So you will be intimated by CIC ਕਿ ਤੁਹਾਡਾ CRS score ਕੀ ਹੈ। You can although check your CRS score
ਉਹਦੇ ਲਈ ਬਹੁਤ ਸਾਰੀਆਂ ਵੈਬਸਾਈਟਸ ਹੈ, CIC ਦੀ ਵੀ ਆਪਣੀ ਵੈਬਸਾਈਟ ਸਕੋਰ ਚੈਕਿੰਗ ਟੂਲ ਹੈ, ਮੋਬਾਈਲ ਐਪਲੀਕੇਸ਼ਨਸ ਹੈ, ਬਟ ਦੇ ਵਿਲ ਕਨਫਰਮ ਯੂ ਦੈਟ ਦਿਸ ਇਜ਼ ਯੋਰ CRS। ਇਹਦੇ ਵਿੱਚੋਂ 600 ਪੁਆਇੰਟਸ ਆਰ ਬੇਸਡ ਔਨ ਹਿਊਮਨ ਕੈਪੀਟਲ ਫੈਕਟਰਸ, ਜਿਹਦੇ ਵਿੱਚ ਏਜ, ਐਜੂਕੇਸ਼ਨ, ਐਕਸਪੀਰੀਅੰਸ, ਲੈਂਗੁਏਜ ਪ੍ਰੋਫੀਸ਼ੈਂਸੀ, ਤੁਹਾਡੇ ਬਲੱਡ ਰਿਲੇਟਿਵ ਜੇ ਕੋਈ ਰੀਅਲ ਬ੍ਰਦਰ ਸਿਸਟਰ ਉੱਥੇ ਰਹਿੰਦੇ ਨੇ, ਅਪਾਰਟ ਫਰੋਮ ਦ ਸੇਮ ਕ੍ਰੈਡੈਂਸ਼ੀਅਲਸ ਫॉर योर स्पाउस। ਸੋ ਇਹਨਾਂ ਦੇ ਕੰਬੀਨੇਸ਼ਨਸ ਨੇ ਕਾਫੀ 24-25 ਕੰਬੀਨੇਸ਼ਨਸ ਨੇ on the basis of which you can score up to 600 points and remaining 600 points ਹੈ ਉਹ ਹੈਗਾ provincial nomination ਦੇ ਉੱਤੇ। ਜੇ ਕੋਈ province ਤੁਹਾਨੂੰ nomination ਦਿੰਦਾ ਹੈਗਾ ਤਾਂ straight away you will get 600 points। ਸੋ ਇਹ 1200 ਦੀ ranking ਦੇ ਵਿੱਚੋਂ ਇਸ ਵੇਲੇ ਜਿਹੜਾ ਕੱਟ ਆਫ ਚੱਲ ਰਿਹਾ it is around 470 points। ਸੋ ਜਿਹਦਾ ਵੀ ਸਕੋਰ 470 ਜਾਂ ਇਸ ਤੋਂ ਉੱਪਰ ਹੈ they will definitely get invitation to apply। ITA government ਵੱਲੋਂ ਇੱਕ invitation ਹੈ that you are eligible, your profile is now picked and you can proceed for filing your permanent residency। It's a sure shot process here after getting ITA। so 470 ਇਸ ਵੇਲੇ ਕੱਟ ਆਫ ਹੈ, ਇਹ ਥੋੜਾ ਵੇਵਰ ਹੁੰਦਾ ਰਹਿੰਦਾ, ਕਦੀ 71 ਹੋ ਜਾਂਦਾ, ਕਦੀ 73 ਹੋ ਜਾਂਦਾ, ਬਟ ਪਿਛਲੇ 4-6 ਮਹੀਨਿਆਂ ਤੋਂ ਇਹ ਲਗਭਗ ਇਸ ਰੇਂਜ 'ਚ ਰਹਿ ਰਿਹਾ 470 ਦੇ ਵਿੱਚ। ਜੀ ਦਰਸ਼ਕੋ, ਜਿਸ ਤਰੀਕੇ ਦੇ ਨਾਲ ਹੁਣੇ ਦੀਪਕ ਜੀ ਨੇ ਦੱਸਿਆ ਵੀ ਕੋਈ ਵੀ ਤਰੀਕੇ ਦੀ ਕੋਈ ਵੀ ਪਾਬੰਦੀ ਨਹੀਂ ਹੈ, ਕੋਈ ਵੀ ਕੰਮ ਵਾਲਾ ਕਿਸੇ ਵੀ ਓਕੂਪੇਸ਼ਨ ਵਾਲਾ ਜਿਹੜਾ ਬੰਦਾ ਹੈ ਉਹ ਕੈਨੇਡਾ ਦੀ PR ਹਾਸਲ ਕਰ ਸਕਦਾ, ਲੇਕਿਨ ਕੁਝ ਇੱਕ ਰੂਲ ਤੇ ਰੈਗੂਲੇਸ਼ਨ ਨੇ ਜਿਹੜੇ ਉਹਨਾਂ ਨੂੰ ਫੋਲੋ ਕਰਨੇ ਪੈਣਗੇ। ਜੀ ਦੀਪਕ ਜੀ, ਇਹਦੇ ਵਿੱਚ ਕੋਈ ਆਇਲਸ ਦਾ ਵੀ ਕੋਈ ਹੈਗਾ ਆ ਕਿ ਤੁਹਾਡੀ ਜਾਂ ਤੁਹਾਡੇ ਪੁਆਇੰਟਸ ਘੱਟ ਨੇ ਜਾਂ ਤੁਹਾਡੀ ਆਇਲਸ ਵਿੱਚ ਬੈਂਡ ਘੱਟ ਨੇ, ਤੇ ਫਿਰ ਕੀ ਕਰ ਸਕਦੇ ਹਾਂ, ਕੋਈ ਤਰੀਕਾ ਹੋਵੇ? ਸੀ ਬੇਸਿਕ ਐਲੀਜੀਬਿਲਿਟੀ ਫੈਕਟਰਸ ਮੈਂ ਤੁਹਾਨੂੰ ਦੱਸਿਆ, ਏਜ ਹੈ, ਐਜੂਕੇਸ਼ਨ ਹੈ, ਐਕਸਪੀਰੀਅੰਸ ਹੈ, ਲੈਂਗੁਏਜ ਪ੍ਰੋਫੀਸ਼ੀਐਂਸੀ ਜਿਹਦੀ ਤੁਸੀਂ ਗੱਲ ਕਰ ਰਹੇ ਹੋ। ਸੋ ਲੈਂਗੁਏਜ ਪ੍ਰੋਫੀਸ਼ੀਐਂਸੀ ਨਾਟ ਓਨਲੀ IELTS ਬਟ ਆਲਸੋ ਅਦਰ ਟੈਸਟਸ ਆਰ ਆਲਸੋ ਵੈਲਿਡ, ਬਟ ਉਹਨੂੰ ਪ੍ਰੂਵ ਕਰਨ ਲਈ ਤੁਹਾਨੂੰ ਟੈਸਟ ਦੇਣਾ ਪਏਗਾ ਜੀ, ਐਂਡ IELTS ਇਜ਼ ਵਨ ਆਫ ਦੋਜ਼ ਟੈਸਟ ਵਿਚ ਇਜ਼ ਮੋਸਟ ਪਪੂਲਰ ਵਨ। ਰਾਈਟ, ਫॉर PR ਫॉर ਇਮੀਗ੍ਰੇਸ਼ਨ ਜੈਨਰਿਕ IELTS ਦੇਣਾ ਹੁੰਦਾ ਤੇ देयर इज़ नो स्टैंडर्ड रिक्वायरमेंट कि सब ਨੂੰ 777-8 ਲੈਣਾ ਹੈ ਜਾਂ CLB ਲੈਵਲ 9 ਲੈਣਾ ਹੈ, ਐਸਾ ਨਹੀਂ ਹੈ। ਯੂ ਹੈਵ ਟੂ ਰੀਚ ਅ ਸਰਟਨ ਲੈਵਲ ਆਫ ਸਕੋਰ। 470 ਜੇ ਤੁਹਾਡੇ ਲੈਟਸ ਸੇ 6 ਬੈਂਡ ਨਾਲ ਬਣਦੇ ਹੈ, ਗੁੱਡ ਇਨਫ। ਅਦਰਵਾਈਜ਼ ਜੇ ਤੁਹਾਡੇ 9 ਬੈਂਡ ਨਾਲ ਵੀ 470 ਨਹੀਂ ਬਣਦੇ, ਯੂ ਵਿਲ ਨਾਟ ਗੈਟ PR। ਸੋ ਇਟ ਇਜ਼ ਸਬਜੈਕਟਿਵ ਕਿ ਤੁਹਾਡਾ ਬਾਕੀ ਕ੍ਰਾਈਟੇਰੀਆ 'ਚ ਸਕੋਰ ਕਿੰਨਾ ਹੈਗਾ, ਉਹਨੂੰ ਕਵਰ ਅਪ ਕਰਨ ਲਈ ਹਾਊ ਮਚ ਸਕੋਰ ਯੂ ਨੀਡ ਇਨ IELTS। ਸੋ ਉਹ ਅਸੀਂ ਤੁਹਾਨੂੰ ਟੈਕਨੀਕਲ ਅਸੈਸਮੈਂਟ ਕਰਕੇ ਦੱਸਦੇ हैं कि ਤੁਹਾਡੇ ਪੁਆਇੰਟਸ ਕਿੰਨੇ ਬਣਦੇ ਹੈ ਐਂਡ ਹਾਊ ਮਚ ਯੂ ਆਰ ਸ਼ਾਰਟ ਆਫ ਪੁਆਇੰਟਸ ਦੈਟ ਯੂ ਕੈਨ ਕਵਰ ਅਪ ਵਿਦ ਯੋਰ ਇੰਗਲਿਸ਼ language proficiency test। और जिन्ना दा score obviously the more you score the more are the chances for getting permanent residency। पर जेकर थोड़ा score घट है IELTS ਦੇ ਵਿੱਚ ਤਾਂ there are provincial nominee programs, there are certain community programs ਜਿਹਦੇ ਵਿੱਚ even with low IELTS you can still apply and can get permanent residency। ਜੀ ਦਰਸ਼ਕੋ, ਜਿਸ ਤਰੀਕੇ ਦੇ ਨਾਲ ਖਾਸ ਗੱਲਬਾਤ ਚੱਲਦੀ ਪਈ ਹੈ, ਤੁਸੀਂ ਘਰ ਬੈਠੇ ਕੈਨੇਡਾ ਦੀ PR ਲੈ ਸਕਦੇ ਹੋ, ਲੇਕਿਨ ਇਹ PR ਤੁਹਾਨੂੰ ਫੋਨ ਦੇ ਉੱਤੇ ਨਹੀਂ ਮਿਲਣੀ। ਫੋਨ ਦੇ ਉੱਤੇ ਸਿਰਫ ਤੁਹਾਨੂੰ ਅਪਾਇੰਟਮੈਂਟ ਮਿਲ ਸਕਦੀ ਹੈ। ਅਪਾਇੰਟਮੈਂਟ ਲੈ ਕੇ ਤੁਸੀਂ ਕੀ ਕਰਨਾ ਹੈ, ਤੁਸੀਂ ਸਿਰਫ ਇਹਨਾਂ ਦੇ ਆਫਿਸ ਜਾਣਾ ਹੈ, ਇਹਨਾਂ ਦੇ ਨਾਲ ਗੱਲਬਾਤ ਕਰਨੀ ਹੈ, ਆਫਿਸ ਵਿਜ਼ਿਟ ਕਰਨਾ ਹੈ, ਆਪਣੀ ਪ੍ਰੋਫਾਈਲ ਦਿਖਾਉਣੀ ਹੈ, ਫਿਰ ਟੈਕਨੀਕਲੀ ਜੋ ਵੀ ਤੁਹਾਡੇ ਇਸ਼ੂਜ਼ ਨੇ, ਜੋ ਵੀ ਗੱਲ ਹੈਗੀ ਹੈ, ਇਹ ਤੁਹਾਨੂੰ ਦੱਸਣਗੇ ਤੇ ਤੁਹਾਨੂੰ ਬਿਲਕੁਲ ਸਹੀ ਰਾਏ ਪਾਉਣਗੇ, ਕਿਉਂਕਿ ਇਹਨਾਂ ਦੀ ਕੰਪਨੀ 27 ਸਾਲਾਂ ਤੋਂ ਲਗਾਤਾਰ ਮਾਰਕੀਟ ਦੇ ਵਿੱਚ ਕੰਮ ਕਰ ਰਹੀ ਹੈ। ਇਸੇ ਦੇ ਨਾਲ ਹੀ ਹੁਣ ਅਸੀਂ ਚੱਲਦੇ ਹਾਂ ਅਗਲੇ ਸਵਾਲ ਵੱਲ ਵੀ ਕਰੰਟਲੀ PR ਪ੍ਰਾਪਤ ਕਰਨ ਵਾਸਤੇ ਕਿਹੜਾ ਆਸਾਨ PNP ਪ੍ਰੋਗਰਾਮ ਹੈ, ਤੇ ਜਿਹੜੀ ਤੁਸੀਂ ਹੁਣ ਸਕੋਰ ਦੀ ਗੱਲ ਕੀਤੀ ਕਿ 600 ਜਿਹੜਾ ਸਕੋਰ ਆ ਉਹ ਕਿਵੇਂ ਇਹਦੇ ਨਾਲ ਰਿਲੇਟ ਕਰਦਾ ਹੈ? ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮਸ PNP ਪ੍ਰੋਗਰਾਮਸ ਬਹੁਤ ਪਪੂਲਰ ਹੈ। ਲੋਕ ਆਉਂਦੇ ਆ, ਪੁੱਛਦੇ ਆ, ਅਲੱਗ-ਅਲੱਗ ਪ੍ਰੋਵਿੰਸਿਸ ਹੈ, ਸੂਬੇ ਜਿਨ੍ਹਾਂ ਦਾ ਜਿੱਦਾਂ ਆਪਾਂ ਪੰਜਾਬ 'ਚ ਕਹਿੰਦੇ ਆ, ਕੈਨੇਡਾ 'ਚ ਉਹਨਾਂ ਨੂੰ ਪ੍ਰੋਵਿੰਸ ਕਹਿੰਦੇ ਆ। ਹਰ ਇੱਕ ਪ੍ਰੋਵਿੰਸ ਦੇ 7 ਤੋਂ 8 ਅਲੱਗ-ਅਲੱਗ ਪ੍ਰੋਗਰਾਮਸ ਹੈ ਵਿਚ ਲੀਡਸ ਟੂ PR। ਸੋ 13 ਪ੍ਰੋਵਿੰਸਿਸ ਹੈ, ਦੈਟ ਮੀਨਸ 100+ ਪ੍ਰੋਗਰਾਮਸ ਨੇ ਕੈਨੇਡਾ ਦੇ ਵਿੱਚ ਜਿਹਦੇ ਥਰੂ ਤੁਸੀਂ ਪਰਮਾਨੈਂਟ ਰੈਜ਼ੀਡੈਂਸੀ ਲੈ ਸਕਦੇ ਹੋ। ਪਰ ਹਰ ਇੱਕ ਪ੍ਰੋਗਰਾਮ ਈਜ਼ੀ ਨਹੀਂ ਹੈ। ਸੋ ਉਹਦੇ ਵਿੱਚੋਂ ਕੁਝ ਪ੍ਰੋਗਰਾਮਸ ਐਸੇ ਹੈ ਵਿਚ ਆਰ ਲਿੰਕਡ ਵਿਦ ਫੈਡਰਲ ਐਕਸਪ੍ਰੈਸ ਐਂਟਰੀ, ਜਿਹਦੇ ਵਿੱਚ ਅਗਰ ਤੁਹਾਨੂੰ ਨੋਮੀਨੇਸ਼ਨ ਮਿਲ ਜਾਂਦਾ ਹੈ ਤਾਂ 600 ਪੁਆਇੰਟਸ ਵਿਲ ਬੀ ਐਡਡ ਟੂ ਯੋਰ ਐਗਜ਼ਿਸਟਿੰਗ CRS ਸਕੋਰ, ਚਾਹੇ ਉਹ 200 ਹੈ ਚਾਹੇ 150 ਹੈ। ਅਗਰ 600 ਤੁਹਾਨੂੰ ਐਡ ਅਪ ਮਿਲ ਜਾਂਦਾ ਹੈ ਤਾਂ ਯੂ ਵਿਲ ਈਜ਼ੀਲੀ ਕਵਰ ਅਪ the gap to get ITA। जी, एक तो ये तरीका है। दूसरे कुछ प्रोविंसेस हैं, कुछ PNP प्रोग्राम्स ऐसे भी है बिना एक्सप्रेस एंट्री तो, बिकॉज एक्सप्रेस एंट्री ਦੀ एलिजिबिलिटी ਦੇ ਲਈ IELTS इज द मेजर फैक्टर। ਜੇ ਤੁਹਾਡਾ IELTS ਸਕੋਰ ਅੱਛਾ ਨਹੀਂ ਹੈ ਤਾਂ ਵਿਦ ਲੋਅਰ IELTS ਐਂਡ ਵਿਦਆਊਟ ਐਕਸਪ੍ਰੈਸ ਐਂਟਰੀ 2-3 ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮਸ ਹੈ ਜਿਹਦੇ ਵਿੱਚ ਤੁਸੀਂ ਪਾਰਟਿਸਿਪੇਟ ਕਰ ਸਕਦੇ ਹੋ ਐਂਡ ਡਾਇਰੈਕਟ ਯੂ ਵਿਲ ਬੀ ਐਲੀਜੀਬਲ ਟੂ ਗੈਟ ਪਰਮਾਨੈਂਟ ਰੈਜ਼ੀਡੈਂਸੀ। ਜਿਸ ਤਰ੍ਹਾਂ ਕਿ ਸਸਕੈਚੁਆਨ ਦਾ ਪ੍ਰੋਗਰਾਮ ਹੈ, ਸਸਕੈਚੁਆਨ ਇਜ਼ ਦ ਪ੍ਰੋਵਿੰਸ
ਇਹਦਾ ਪ੍ਰੋਗਰਾਮ ਹੈ ਸਸਕੈਚੁਅਨ ਸਕਿਲਡ ਇਮੀਗ੍ਰੇਸ਼ਨ ਪ੍ਰੋਗਰਾਮ, ਇੰਟਰਨੈਸ਼ਨਲ ਕੈਟੇਗਰੀ ਪ੍ਰੋਗਰਾਮ। ਇਹਦੇ ਵਿੱਚ ਆਕੂਪੇਸ਼ਨਸ ਇਨ ਡਿਮਾਂਡ ਸਬ ਕੈਟੇਗਰੀ ਹੈ ਪ੍ਰੋਗਰਾਮ ਦੀ, ਜਿਹਦੇ ਵਿੱਚ ਫੈਡਰਲ ਐਕਸਪ੍ਰੈਸ ਐਂਟਰੀ ਦਾ ਕੋਈ ਲਿੰਕ ਨਹੀਂ ਹੈ। It is based on your point calculations, that is age, education, experience and other credentials. ਅਗਰ ਤੁਸੀਂ 60+ ਸਕੋਰ ਕਰਦੇ ਹੋ ਤਾਂ ਤੁਸੀਂ ਐਲੀਜੀਬਲ ਹੋ ਆਪਣੀ ਪ੍ਰੋਫਾਈਲ ਕ੍ਰੀਏਟ ਕਰਨ ਦੇ ਲਈ। 68 ਵਾਲਿਆਂ ਨੂੰ ਉਹ ਇਨਵਾਈਟ ਕਰ ਰਹੇ ਨੇ ਕਿ ਤੁਸੀਂ ਪਰਮਨੈਂਟ ਰੈਜ਼ੀਡੈਂਸੀ ਲਈ ਫਾਈਲ ਕਰੋ ਐਂਡ ਦੇ ਵਿਲ ਇਸ਼ੂ ਅ ਨੋਮੀਨੇਸ਼ਨ ਫੋਲੋਡ ਬਾय your PR application for the entire family. So ਇਹ ਬਹੁਤ ਹੀ ਕਾਰਗਰ ਪ੍ਰੋਗਰਾਮ ਹੈ ਔਰ ਸਭ ਤੋਂ ਜ਼ਿਆਦਾ ਇਨਵੀਟੇਸ਼ਨਸ, ਸਭ ਤੋਂ ਜ਼ਿਆਦਾ ਸਕਸੈਸਫੁਲ ਵੀਜ਼ਾਸ ਦਿੱਤੇ ਸਸਕੈਚੁਅਨ ਨੇ ਇਨ ਦਾ ਪਾਸਟ 1 year। ਜੀ ਇੱਥੇ ਇੱਕ ਹੋਰ ਸਵਾਲ ਹੈ ਦੀਪਕ ਜੀ, ਜੇਕਰ ਕਿਸੇ ਕੈਂਡੀਡੇਟ ਦਾ ਰਿਸ਼ਤੇਦਾਰ ਉੱਥੇ ਬਲੱਡ ਰਿਲੇਸ਼ਨ ਹੋਵੇ, ਕੋਈ ਵੀ ਰਿਸ਼ਤੇਦਾਰ ਹੋਵੇ, ਕੋਈ ਫੈਮਿਲੀ ਫਰੈਂਡ ਹੋਵੇ, ਉਹਨੂੰ ਕੋਈ ਪਲੱਸ ਪੁਆਇੰਟ ਹੈਗਾ ਉਸ ਚੀਜ਼ ਦਾ? ਜੀ ਬਿਲਕੁਲ, ਜੇ ਤੁਹਾਡਾ ਕੋਈ ਫਸਟ ਬਲੱਡ ਰਿਲੇਟਿਵ ਉਹਦੇ ਐਡ ਔਨ ਪੁਆਇੰਟਸ ਹੈ। ਅਗਰ ਮੈਂ ਹੋਰ ਪ੍ਰੀਸਾਈਜ਼ ਕਹਾਂ ਤਾਂ ਤੁਹਾਡੇ ਰੀਅਲ ਬ੍ਰਦਰ ਸਿਸਟਰ ਜੇ ਕੈਨੇਡਾ 'ਚ ਹੈ ਤਾਂ ਤੁਹਾਨੂੰ 15 ਪੁਆਇੰਟਸ ਐਡ ਔਨ ਮਿਲਦੇ ਹੈ ਇਨ CRS। ਲੇਕਿਨ ਇਹ ਬਹੁਤ ਥੋੜਾ ਮਾਰਜਨ ਹੈ। ਲੇਕਿਨ ਅਗਰ ਤੁਹਾਡਾ ਕੋਈ ਫੈਮਿਲੀ ਫਰੈਂਡ ਜਾਂ ਰਿਲੇਟਿਵ ਜਾਂ ਈਵਨ ਕਜ਼ਨ ਇੱਕ ਪਾਰਟਿਕੂਲਰ ਸਟੇਟ ਹੈ ਕੈਨੇਡਾ 'ਚ, ਪ੍ਰੋਵਿੰਸ ਹੈ ਜਿਹਦਾ ਨਾਮ ਹੈ ਮੈਨੀਟੋਬਾ, ਜੇ ਉੱਥੇ ਕੋਈ ਰਹਿੰਦਾ ਹੈ ਐਂਡ ਦੇ ਆਰ ਵਿਲਿੰਗ ਟੂ ਸਪਾਂਸਰ ਯੂ ਬਾਈ ਪ੍ਰੋਵਾਈਡਿੰਗ ਐਫੀਡੇਵਿਟ ਆਫ ਸਪੋਰਟ, ਤਾਂ ਵਿਦ ਐਕਸਪ੍ਰੈਸ ਐਂਟਰੀ ਐਜ਼ ਵੈਲ ਐਜ਼ ਵਿਦਾਊਟ ਐਕਸਪ੍ਰੈਸ ਐਂਟਰੀ ਦੋਨੋਂ ਪੈਰਲਲ ਸਟਰੀਮ ਦੇ ਵਿੱਚ ਤੁਸੀਂ ਅਪਲਾਈ ਕਰਕੇ ਯੂ ਵਿਲ ਬੀ ਐਲੀਜੀਬਲ ਟੂ ਗੈਟ PR। ਸੋ ਉਹਦੇ ਲਈ ਉਹ ਫੈਕਟਰ ਬੜਾ ਇੰਪੋਰਟੈਂਟ ਹੈ ਕਿ ਤੁਹਾਡਾ ਕੋਈ ਰਿਸ਼ਤੇਦਾਰ ਮੈਨੀਟੋਬਾ 'ਚ ਹੋਣਾ ਚਾਹੀਦਾ। ਐਕਸਪ੍ਰੈਸ ਐਂਟਰੀ ਰਾਹੀਂ ਜਿਹੜਾ PNP ਪ੍ਰੋਗਰਾਮ ਹੈ, ਇਹਦੇ ਜ਼ਰੀਏ ਕਿੰਨਾ ਕੁ ਟਾਈਮ ਲੱਗਦਾ ਹੈ ਕਿ ਕੈਂਡੀਡੇਟ PR ਲੈ ਸਕਦਾ? ਸੀ ਐਕਸਪ੍ਰੈਸ ਐਂਟਰੀ ਤੁਸੀਂ ਡਾਇਰੈਕਟ ਵੀ PR ਲੈ ਸਕਦੇ ਹੋ। ਜੇ ਤੁਸੀਂ ਐਲੀਜੀਬਲ ਨਹੀਂ ਹੁੰਦੇ, ਪੁਆਇੰਟਸ ਘੱਟਦੇ, ਤਾਂ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਵਿਲ ਬੀ ਐਨ ਐਡਿਡ ਫੈਕਟਰ ਟੂ ਯੋਰ ਐਗਜ਼ਿਸਟਿੰਗ ਪ੍ਰੋਫਾਈਲ। ਜੀ ਸੋ ਦੋਨੋਂ ਦਾ ਟਾਈਮ ਫਰੇਮ ਅਲੱਗ-ਅਲੱਗ ਹੈ। ਜੇ ਤੁਹਾਡਾ ਸਕੋਰ CRS ਮੀਟ ਕਰਦਾ ਹੈ ਕੱਟ ਆਫ ਲੈਵਲਸ ਨੂੰ, ਤਾਂ ਇਮੀਗ੍ਰੇਸ਼ਨ ਯੂ ਕੈਨ ਗੈਟ ਇਨ probably 8 months time, on an average 6 to 8 months time। ਜੇ ਤੁਹਾਡਾ ਸਕੋਰ ਉਹਨੂੰ ਮੀਟ ਨਹੀਂ ਕਰਦਾ ਐਂਡ ਤੁਸੀਂ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਵੀ ਅਪਲਾਈ ਨਹੀਂ ਕਰਦੇ, then you will remain forever in the profile। ਇੱਕ ਸਾਲ ਲਈ ਵੈਲਿਡ ਹੁੰਦੀ ਹੈ, ਦੁਬਾਰਾ ਕ੍ਰੀਏਟ ਕਰੀ ਚਲੋ, ਪਰ ITA ਨਹੀਂ ਆਉਣ ਵਾਲਾ। ਉਹਦੇ ਲਈ ਤੁਹਾਨੂੰ ਫਿਰ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਦੇ ਥਰੂ ਹੀ ਅਪਲਾਈ ਕਰਨਾ ਪਏਗਾ। ਸੋ ਇਟਸ ਅ two-tier process. First you have to create your express entry profile and then you have to approach a particular province ਜਿਹਦੇ ਵਿੱਚ ਵੀ ਤੁਸੀਂ ਐਲੀਜੀਬਲ ਹੋ, ਰਾਈਟ। ਉਸ ਤੋਂ ਬਾਅਦ ਤੁਹਾਡਾ ਪਹਿਲਾਂ ਪ੍ਰੋਵਿੰਸ ਦੇ ਵਿੱਚ ਫਾਈਲ ਕੀਤਾ ਜਾਂਦਾ ਹੈ, ਜਿਹਨੂੰ 6 ਤੋਂ 8 ਮਹੀਨੇ ਲੱਗਦੇ ਆ ਸੈਪਰੇਟਲੀ। ਨੋਮੀਨੇਸ਼ਨ ਆਉਣ ਤੋਂ ਬਾਅਦ ਦਿਸ ਨੋਮੀਨੇਸ਼ਨ ਵਿਲ ਬੀ ਅਟੈਚਡ ਟੂ ਯੋਰ ਐਗਜ਼ਿਸਟਿੰਗ ਐਕਸਪ੍ਰੈਸ ਐਂਟਰੀ ਪ੍ਰੋਫਾਈਲ। ਉਸ ਤੋਂ ਬਾਅਦ ਤੁਹਾਡਾ ITA ਆਉਂਦਾ ਔਰ 6 ਤੋਂ 8 ਮਹੀਨੇ ਤੁਹਾਨੂੰ ਫੇਰ ਲੱਗਦੇ ਹੈ PR ਲੈਣ ਦੇ ਲਈ। ਸੋ ਅਗਰ ਪ੍ਰੋਵਿੰਸ਼ੀਅਲ ਨੋਮੀਨੀ ਦੀ ਗੱਲ ਕਰੀਏ ਤਾਂ ਤਕਰੀਬਨ 12 ਤੋਂ 16 ਮਹੀਨੇ ਦਾ ਟਾਈਮ ਲੱਗੇਗਾ ਤੁਹਾਨੂੰ ਥਰੂ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮਸ ਲਿੰਕਡ ਐਕਸਪ੍ਰੈਸ ਐਂਟਰੀ ਦੇ ਵਿੱਚ PR ਲੈਣ ਦੇ ਲਈ। ਜੀ ਦਰਸ਼ਕੋ, ਸਕਰੀਨ ਦੇ ਉੱਤੇ ਇਹਨਾਂ ਦਾ ਨੰਬਰ ਬਾਰ-ਬਾਰ ਡਿਸਪਲੇ ਕੀਤਾ ਜਾ ਰਿਹਾ ਹੈ। ਤੁਹਾਡੀ ਕਿਸੇ ਵੀ ਤਰੀਕੇ ਦੀ ਕੋਈ ਵੀ ਕੁਐਰੀ ਹੈ PR ਸੰਬੰਧੀ ਤਾਂ ਤੁਸੀਂ ਇਹਨਾਂ ਦੇ ਨਾਲ ਰਾਬਤਾ ਕਰ ਸਕਦੇ ਹੋ, ਇਹਨਾਂ ਤੋਂ ਟਾਈਮ ਲੈ ਸਕਦੇ ਹੋ। ਨੰਬਰ ਬਾਰ-ਬਾਰ ਡਿਸਪਲੇ ਕੀਤਾ ਜਾ ਰਿਹਾ ਹੈ। ਤੁਹਾਨੂੰ ਉੱਪਰੋਂ ਜਿੰਨਾ ਅਸੀਂ ਦੱਸ ਸਕਦੇ ਹਾਂ ਇਸ ਇੰਟਰਵਿਊ ਦੇ ਰਾਹੀਂ ਤੁਹਾਨੂੰ ਦੱਸ ਰਹੇ ਹਾਂ। ਤੁਸੀਂ ਬਰੀਫ ਦੇ ਵਿੱਚ ਜਿੰਨੀ ਜਾਣਕਾਰੀ ਲੈਣੀ ਹੈ ਉਹਦੇ ਵਾਸਤੇ ਤੁਹਾਨੂੰ ਇਹਨਾਂ ਦੇ ਆਫਿਸ ਵਿਜ਼ਿਟ ਕਰਨਾ ਪਊਗਾ। ਤੁਹਾਨੂੰ ਦੱਸ ਦਈਏ ਵੀ 27 ਸਾਲਾਂ ਤੋਂ ਇਹਨਾਂ ਦਾ ਐਕਸਪੀਰੀਅੰਸ ਹੈਗਾ, 1.5 ਲੱਖ ਤੋਂ ਉੱਪਰ ਇਹਨਾਂ ਦੇ ਵੀਜ਼ੇ ਲੱਗ ਚੁੱਕੇ ਨੇ ਤੇ ਹੁਣ ਅਗਲਾ ਵੀਜ਼ਾ ਹੋ ਸਕਦਾ ਤੁਹਾਡਾ ਹੀ ਲੱਗੇ। ਇਸ ਦੇ ਨਾਲ ਹੁਣ ਚੱਲਦੇ ਹਾਂ ਅਗਲੇ ਸਵਾਲ ਵੱਲ। ਦੀਪਕ ਜੀ, ਅਗਲਾ ਸਵਾਲ ਮੇਰਾ ਇਹ ਹੈ ਕਿ ਜੋ ਹੁਣ ਪ੍ਰੈਜ਼ੈਂਟ ਟਾਈਮ ਦੇ ਵਿੱਚ ਹਾਲਾਤ ਚੱਲਦੇ ਪਏ ਨੇ, ਜਿਹੜੀ ਕੈਨੇਡੀਅਨ ਗਵਰਨਮੈਂਟ ਆ ਉਹ ਕੀ ਅਪਰੋਚ ਕਰ ਰਹੀ ਹੈ, ਕਿਸ ਤਰੀਕੇ ਦੇ ਉਹ ਜਿਹੜੇ ਨੇ ਆਪਣੇ ਪ੍ਰਸਤਾਵ ਜਿਹੜੇ ਆ ਉਹ ਲੋਕਾਂ ਦੇ ਅੱਗੇ ਰੱਖ ਰਹੀ ਹੈ? ਸੀ ਗਵਰਨਮੈਂਟ ਆਫ ਕੈਨੇਡਾ ਬਹੁਤ ਫਰੈਂਡਲੀ ਹੈ ਟੁਵਰਡਸ ਇਮੀਗ੍ਰੇਸ਼ਨ। ਉਹਨਾਂ ਦੀ ਜ਼ਰੂਰਤ ਹੈ ਇਮੀਗ੍ਰੈਂਟਸ, ਸੋ ਉਹਨਾਂ ਦੀ ਅਪਰੋਚ ਆਲਵੇਜ਼ ਬੜੀ ਵੈਲਕਮਿੰਗ ਰਹੀ ਹੈ ਫॉर द ਨਿਊਲੀ ਇਮੀਗ੍ਰੈਂਟਸ ਜਾਂ ਜਿਹੜੇ ਲੋਕ ਜਾਣਾ ਚਾਹੁੰਦੇ ਨੇ। ਇਸੇ ਵਜ੍ਹਾ ਨਾਲ ਈਵਨ ਡਿਊਰਿੰਗ ਦ ਪੈਂਡੈਮਿਕ ਉਹਨਾਂ ਨੇ ਇਹਦੀ ਪ੍ਰੋਸੈਸਿੰਗ ਫਾਈਲਿੰਗ ਕੁਝ ਵੀ ਬੰਦ ਨਹੀਂ ਕੀਤਾ, ਰਾਦਰ ਉਹਨਾਂ ਨੇ ਬਹੁਤ ਸਪੋਰਟ ਕੀਤਾ। ਜਿਸ ਤਰ੍ਹਾਂ ਕਿ ਕੁਝ ਅਨਾਉਂਸਮੈਂਟਸ ਉਹਨਾਂ ਨੇ ਕੀਤੀਆਂ ਕਿ ਡਿਊ ਟੂ ਐਨੀ ਇਨਕੰਪਲੀਟ ਡਾਕੂਮੈਂਟੇਸ਼ਨ ਕੋਈ ਵੀ ਕੇਸ ਰਿਜੈਕਟ ਨਹੀਂ ਹੋਏਗਾ, ਕਿਉਂਕਿ ਉਹਨਾਂ ਨੂੰ ਪਤਾ ਹੈ ਕਾਲਜਸ ਬੰਦ ਨੇ, ਯੂਨੀਵਰਸਿਟੀਜ਼ ਬੰਦ ਹੈ, ਆਇਲਟਸ ਨਹੀਂ ਹੋ ਪਾ ਰਿਹਾ। ਸੋ ਦੇ ਹੈਵ ਗਿਵਨ ਐਕਸਟਰਾ ਟਾਈਮ ਟੂ ਕੰਪਲੀਟ ਦ ਡਾਕੂਮੈਂਟੇਸ਼ਨ ਪਾਰਟ। ਜੀ ਅਪਾਰਟ ਫਰੋਮ दैट ਜੇ ਇਸ ਤੋਂ ਇਲਾਵਾ ਵੀ ਗੱਲ ਕਰੀ, ਉਹਨਾਂ ਨੇ ਕੁਝ ਪ੍ਰੋਗਰਾਮਸ, ਕੁਝ ਸਟਰੀਮਸ ਹੋਰ ਓਪਨ ਕੀਤੀਆਂ ਵਿਦ ਲਾਰਜਰ ਨੰਬਰਸ ਐਂਡ ਵਿਦ ਫਾਸਟਰ ਪ੍ਰੋਸੈਸਿੰਗ, ਜਿਸ ਤਰ੍ਹਾਂ ਪੇਰੈਂਟਲ ਐਂਡ ਗ੍ਰੈਂਡ ਪੇਰੈਂਟ ਸਟਰੀਮ ਹੈਗੀ ਹੈ, ਸਪਾਊਸਲ ਵੀਜ਼ਾ ਸਕੀਮ ਹੈਗੀ ਹੈ। ਇਹਦੇ ਵਿੱਚ ਉਹਨਾਂ ਨੇ ਨੰਬਰ ਆਫ ਐਪਲੀਕੇਸ਼ਨਸ ਵੀ ਜਲਦੀ ਮੰਗਵਾਈਆਂ, ਜ਼ਿਆਦਾ ਮੰਗਾਈਆਂ ਹੈਗੀਆਂ ਔਰ ਉਹਨਾਂ ਦਾ ਟਾਈਮ ਫਰੇਮ ਆਫ ਪ੍ਰੋਸੈਸਿੰਗ ਵੀ ਹੋਰ ਘਟਾਤਾ ਹੈ ਤਾਂ ਕਿ ਇਮੀਡੀਏਟ ਫੈਮਿਲੀ ਮੈਂਬਰਸ ਸ਼ੁੱਡ ਰੀਜੁਆਇਨ ਅਗੇਨ। ਪਿਛਲੇ 6 ਮਹੀਨੇ ਜਿੱਦਾਂ ਲੋਕਡਾਊਨ ਰਿਹਾ, ਈਵਨ ਡਿਊਰਿੰਗ ਦਿਸ ਇੰਟਾਇਰ ਮੰਥਸ ਕੰਟੀਨਿਊਸ ਉਹ ਇਨਵੀਟੇਸ਼ਨਸ ਦਿੰਦੇ ਰਹੇ ਨੇ, ITAs ਰਿਲੀਜ਼ ਕਰਦੇ ਰਹੇ ਨੇ, ਆਪਣੇ ਰਾਉਂਡਸ ਆਫ ਇਨਵੀਟੇਸ਼ਨਸ ਉਹ ਕੰਡਕਟ ਕਰਦੇ ਰਹੇ ਨੇ। 85,000 ਤੋਂ ਵੱਧ ਕੈਂਡੀਡੇਟਸ ਇਸ ਸਾਲ ਦੇ ਵਿੱਚ 2020 ਟਿਲ ਅਕਤੂਬਰ
ਉਹਨਾਂ ਨੂੰ ITA ਮਿਲ ਚੁੱਕਾ ਹੈ। ਸੋ this shows that government of Canada is very friendly towards immigration ਔਰ ਉਹ ਨਵੇਂ ਜਿੰਨੇ ਵੀ ਲੋਕ ਹੈਗੇ ਹੈ ਅਪਲਾਈ ਕਰਨ ਦੇ ਇੱਛੁਕ ਉਹਨਾਂ ਨੂੰ ਵੈਲਕਮ ਕਰਦੀ ਹੈ ਔਰ ਉਹਨਾਂ ਨੂੰ ਪੂਰੀ ਸਪੋਰਟ ਕਰਦੀ ਹੈ ਇਵਨ ਆਫਟਰ ਰੀਚਿੰਗ ਦੇਅਰ ਇਨ ਕੈਨੇਡਾ। ਲੋਕਡਾਊਨ ਹੋਇਆ, ਇੰਡੀਆ 'ਚ ਵੀ ਹੋਇਆ, ਕੈਨੇਡਾ 'ਚ ਵੀ ਹੋਇਆ, ਗਵਰਨਮੈਂਟ ਨੇ ਸਪੋਰਟ ਕੀਤਾ ਹਰ ਇੱਕ ਇਮੀਗ੍ਰੈਂਟ ਨੂੰ, ਹਰ ਇੱਕ ਸਟੂਡੈਂਟ ਨੂੰ, ਈਵਨ ਜਿਨ੍ਹਾਂ ਕੋਲ ਪਰਮਨੈਂਟ ਰੈਜ਼ੀਡੈਂਸੀ ਸੀਗੀ, ਜਿਨ੍ਹਾਂ ਦੀਆਂ ਜੌਬਸ ਚਲੀ ਗਈਆਂ, ਟੂ ਦ ਟਿਊਨ ਆਫ $2,000 ਗਵਰਨਮੈਂਟ ਹੈਜ਼ ਗਿਵਨ ਇਨ ਦੇਅਰ ਅਕਾਊਂਟਸ ਸੋ ਦੈਟ ਉਹ ਆਪਣੇ ਆਪ ਨੂੰ ਸੈਲਫ ਸਫੀਸ਼ੀਐਂਟਲੀ ਮੇਨਟੇਨ ਕਰ ਸਕਣ। ਰੈਂਟਲਸ ਨੂੰ ਉਹਨਾਂ ਨੇ ਡਿਸਮਲ ਕੀਤਾ, ਉਹਨਾਂ ਨੇ ਕਿਹਾ ਕਿ ਤੁਹਾਨੂੰ ਰੈਂਟ ਦੇਣ ਦੀ ਜ਼ਰੂਰਤ ਨਹੀਂ ਹੈ, ਸਪੈਸ਼ਲੀ ਫॉर ਸਟੂਡੈਂਟਸ ਔਰ ਜਿਨ੍ਹਾਂ ਦੀ ਜੌਬ ਚਲੀ ਗਈ ਹੈ ਬਿਕੋਜ਼ ਆਫ ਦ ਪੈਂਡੈਮਿਕ ਦੇ ਕੈਨੋਟ ਮੂਵ ਆਊਟ। ਸੋ ਗਵਰਨਮੈਂਟ ਨੇ ਹਰ ਤਰ੍ਹਾਂ ਫੈਸਿਲਿਟੇਟ ਕੀਤਾ ਨਾਟ ਓਨਲੀ ਟੂ ਦ ਸਿਟੀਜ਼ਨਸ ਬਟ ਟੂ ਆਲ ਦ ਪਰਮਨੈਂਟ ਰੈਜ਼ੀਡੈਂਟਸ ਆਲਸੋ। ਜੀ ਦੀਪਕ ਜੀ, ਵਰਲਡ ਦਾ ਲਾਰਜੈਸਟ ਇਮੀਗ੍ਰੇਸ਼ਨ WWICS ਕਿਸ ਤਰੀਕੇ ਦੇ ਨਾਲ ਕੈਂਡੀਡੇਟ ਦੀ ਹੈਲਪ ਕਰਦਾ ਆ, PR ਲੈਣ ਵਾਸਤੇ ਉਹਨੂੰ ਕਿਸ ਤਰੀਕੇ ਨਾਲ ਅਪਰੋਚ ਕਰਦਾ ਹੈ? ਜੀ ਬਹੁਤ ਅੱਛਾ ਸਵਾਲ ਹੈ ਕਿਉਂਕਿ ਦਿਸ ਇਜ਼ ਵਟ ਮੇਕਸ ਅਸ ਅਪਾਰਟ ਫਰੋਮ ਅਦਰ ਕੰਸਲਟੈਂਸੀਜ਼। ਜੀ ਸਾਡੇ ਕੋਲ ਕੋਈ ਵੀ ਅਪਰੋਚ ਕਰਦਾ ਹੈ, ਸਾਡੀ ਸਟਾਰਟਿੰਗ ਹੀ ਉਹਨਾਂ ਤੋਂ ਹੁੰਦੀ ਹੈ ਟੈਕਨੀਕਲ ਅਸੈਸਮੈਂਟ। ਟੈਕਨੀਕਲ ਅਸੈਸਮੈਂਟ ਮੈਂ ਦੱਸਿਆ 100 ਤੋਂ ਵੱਧ ਪ੍ਰੋਗਰਾਮਸ ਨੇ, ਉਹ ਤੁਸੀਂ ਕਿਸ ਪ੍ਰੋਗਰਾਮ 'ਚ ਐਲੀਜੀਬਲ ਹੋ, ਕਿਹੜਾ ਪਾਥ ਤੁਹਾਡੇ ਲਈ ਜ਼ਿਆਦਾ ਕਾਰਗਰ ਹੈਗਾ ਜਿਹਦੇ ਰਾਹੀਂ ਤੁਸੀਂ ਜਾ ਕੇ PR ਲੈ ਸਕਦੇ ਹੋ। ਉਹ ਸਾਡੀ ਟੈਕਨੀਕਲ ਅਸੈਸਮੈਂਟ ਟੀਮ ਵਿਚ ਵਰਕਸ ਵਿਦ solicitors, lawyers and immigration consultants in Canada and in various other countries. ਉਹ ਹੈਲਪ ਕਰਦੇ ਆ, ਤੁਹਾਡੇ ਪ੍ਰੋਫਾਈਲ ਨੂੰ ਅਸੈਸ ਕਰਕੇ ਦੱਸਦੇ ਆ ਕਿ ਕਿਹੜਾ ਪ੍ਰੋਗਰਾਮ ਤੁਹਾਡੇ ਲਈ ਬਿਹਤਰ ਹੈ ਔਰ ਕਿਸ ਪ੍ਰੋਗਰਾਮ 'ਚ ਤੁਹਾਡੇ ਕੀ ਚਾਂਸਸ ਨੇ, even to determine your IELTS or to determine your qualification levels which are equivalent in Canada. This team helps you. और ये बिल्कुल फ्री ऑफ चार्ज है, वी डोंट चार्ज एनीथिंग फॉर अंडरटेकिंग दिस टेक्निकल असेसमेंट। वंस इट इज़ डन तो थोड़े लिए भी ईजी हो जाता है डिटरमिन करना कि दिस इज़ द बेस्ट path through which I can travel and can get permanent residency in Canada. Apart from that पूरा process सारा online हैगा। ਅਸੀਂ डिस्करेज करते हैं फिजिकल मीटिंग्स ਨੂੰ। ਸਾਡੇ ऑफिसेस हले भी जिन्ना workforce हैगा, more than 400 employees are working from home even today. ਰਾਈਟ, ਉਹ 24/7 ਐਕਟਿਵ ਨੇ। ਹਰ ਇੱਕ ਤਰ੍ਹਾਂ ਦੀ ਫਾਈਲਿੰਗ, ਪ੍ਰੋਸੈਸਿੰਗ, ਆਨਲਾਈਨ ਹੈਲਪ, ਕਾਉਂਸਲਿੰਗ, ਗਾਈਡੈਂਸ ਉਹ ਤੁਹਾਨੂੰ ਥਰੂ ਸਕਾਈਪ, ਥਰੂ WhatsApp, ਥਰੂ ਟੈਲੀਕਾਨਫਰੈਂਸਿੰਗ ਦੇ ਆਰ ਆਲਰੇਡੀ ਅਪਲਾਈing, already providing. So this makes us apart from other consultancies. ਉਸ ਤੋਂ ਇਲਾਵਾ even after reaching in Canada we have our office in Toronto in Mississauga. ਥੋੜੀ ਪੋਸਟ ਲੈਂਡਿੰਗ ਸਰਵਿਸਿਜ਼ ਜਿੰਨੀਆਂ ਹੈਗੀਆਂ, ਸੈਟਲਮੈਂਟ ਦੇ ਵਿੱਚ ਹੈਲਪ ਕਰਨੀ, ਤੁਹਾਡੇ ਬੱਚਿਆਂ ਦੀ ਐਜੂਕੇਸ਼ਨ 'ਚ ਹੈਲਪ ਕਰਨੀ, ਤੁਹਾਨੂੰ ਉੱਥੇ ਘਰ ਲੈ ਕੇ ਦੇਣ 'ਚ ਹੈਲਪ ਕਰਨੀ, ਤੁਹਾਡੇ ਫੰਡਸ ਨੂੰ ਟ੍ਰਾਂਸਫਰ ਕਰਨ 'ਚ ਮਦਦ ਕਰਨੀ। ਸੋ ਇਹ ਸਾਰੀਆਂ ਸਰਵਿਸਿਜ਼ ਤੁਹਾਨੂੰ ਐਜ਼ ਅ ਕੰਪਲੀਮੈਂਟਰੀ ਪੈਕੇਜ ਦੇ ਵਿੱਚ ਮਿਲਦੀਆਂ ਹੈਗੀਆਂ once you opt our services for getting permanent residency. So ਇਹ ਚੀਜ਼ਾਂ WWICS ਦੀਆਂ ਇੱਕ ਯੂਨੀਕ ਪੈਕੇਜ ਦੇ ਵਿੱਚ ਤੁਹਾਨੂੰ ਮਿਲਦੀਆਂ, ਹਰ ਇੱਕ ਐਪਲੀਕੈਂਟ ਨੂੰ ਮਿਲਦੀਆਂ ਜਿਹੜਾ ਵੀ ਐਨਰੋਲ ਕਰਦਾ ਹੈਗਾ। ਔਰ ਅਸੀਂ ਪੂਰੀ ਹੈਲਪ ਕਰਦੇ ਹਾਂ, ਪੂਰੀ ਮਦਦ ਕਰਦੇ ਹਾਂ ਕਿ ਜਿਸ ਨਾਲ ਤੁਸੀਂ ਇੰਡੀਆ 'ਚ ਸੈਟਲਡ ਹੋ, ਆਪਣੀ ਫੈਮਿਲੀ ਦੇ ਨਾਲ, ਆਪਣੇ ਫਰੈਂਡਸ ਨਾਲ ਖੁਸ਼ਹਾਲ ਜ਼ਿੰਦਗੀ ਜੀ ਰਹੇ ਹੋ, ਇਸ ਤੋਂ ਵਧੀਆ ਤੁਸੀਂ ਕੈਨੇਡਾ 'ਚ ਸੈਟਲ ਹੋ ਸਕੋ ਜਲਦੀ ਤੋਂ ਜਲਦੀ। ਜੀ ਦੀਪਕ ਜੀ, WWICS ਜਿਹੜੀ ਹੈ ਇਹਦੇ ਨਾਲ ਕੋਈ ਵੀ ਕੈਂਡੀਡੇਟ ਹੈ ਉਹ ਰਾਬਤਾ ਕਿਵੇਂ ਕਰ ਸਕਦਾ ਹੈ? ਸਾਰੇ ਮੇਜਰ ਸਿਟੀਜ਼ 'ਚ ਆਫਿਸਿਸ ਹੈ ਸਾਡੇ। Apart from that, we are present on all the platforms in social media like Facebook, LinkedIn, Instagram. ਤੁਸੀਂ ਸਾਡੇ ਕਸਟਮਰ ਕੇਅਰ ਤੇ ਗੱਲ ਕਰ ਸਕਦੇ ਹੋ। ਵੈਬਸਾਈਟ ਹੈ, ਉਹਦੇ ਉੱਤੇ ਆਨਲਾਈਨ ਚੈਟ ਹਰ ਵੇਲੇ ਅਵੇਲੇਬਲ ਹੈ। ਸੋ ਉਹਦੇ ਥਰੂ ਵੀ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ। ਯੂ ਕੈਨ ਪੋਸਟ ਯੂਰ ਰਿਜ਼ਿਊਮੇ, ਯੂ ਕੈਨ ਰਿਕੁਐਸਟ ਫॉर ਆਨਲਾਈਨ ਅਸੈਸਮੈਂਟ ਆਲਸੋ। ਉਹਦੀ ਸਾਰੀ ਫੈਸਿਲਿਟੇਸ਼ਨ ਸਾਡੀ ਵੈਬਸਾਈਟ ਤੇ ਵੀ ਹੈਗੀ ਹੈ ਔਰ ਅਦਰ ਪਲੇਟਫਾਰਮ ਜਿੱਦਾਂ ਮੈਂ ਕਿਹਾ ਕਿ ਫੇਸਬੁੱਕ ਜਾਂ ਇੰਸਟਾਗ੍ਰਾਮ ਤੇ ਵੀ ਹੈਗੀ ਹੈ। ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਖਾਸ ਗੱਲਾਂ ਬਾਤਾਂ ਚੱਲਦੀਆਂ ਪਈਆਂ ਨੇ ਤੇ ਇੱਕ ਖਾਸ ਕੁਐਰੀ ਜਿਹੜੀ ਸਾਡੀ ਵਿੱਚੇ ਸਕਿਪ ਹੋ ਗਈ ਸੀ ਕਿ ਜਿਹੜੇ ਫੰਡਸ ਨੇ, ਫੰਡਸ ਦੀ ਰਿਕੁਆਇਰਮੈਂਟ ਕੀ ਹੈ? ਫॉर परमानेंट रेजिडेंसी सेटलमेंट फंड्स दिखाने ज़रूरी है। ये डिपेंड करता है साइज़ ऑफ फैमिली, इंडिविजुअल किन्ने ने ਜਿਹੜੇ ਅਪਲਾਈ ਕਰ ਰਹੇ। इफ़ यू आर सिंगल ਤਾਂ ਲਗਭਗ 8 ਲੱਖ ਰੁਪਏ ਦੇ ਕਰੀਬ ਯੂ ਹੈਵ ਟੂ ਸ਼ੋ। ਇਟ ਇਜ਼ ਯੋਰ ਮਨੀ, ਤੁਹਾਡੇ ਕੋਲ ਹੀ ਰਹਿਣੀ ਹੈ, ਪਰ ਤੁਹਾਨੂੰ ਅਕਾਊਂਟ ਦੇ ਵਿੱਚ ਦਿਖਾਣੀ ਪਏਗੀ ਦੈਟ ਯੂ ਪੋਸੈਸ ਦਿਸ ਮਚ ਅਮਾਊਂਟ ਔਰ ਇਹ ਤੁਸੀਂ ਆਪਣੇ ਨਾਲ ਕੈਨੇਡਾ ਕੈਰੀ ਕਰੋਗੇ ਫॉर ਯੂਰ ਇਨੀਸ਼ੀਅਲ ਸੈਟਲਮੈਂਟ ਆਫ 3 to 4 months ਟਾਈਮ। ਇਫ ਯੂ ਆਰ ਮੈਰਿਡ, ਤੁਹਾਡੇ 2 ਬੱਚੇ ਨੇ, ਤਾਂ 4 ਲੋਕਾਂ ਦਾ ਲਗਭਗ 17 ਲੱਖ ਰੁਪਇਆ ਤੁਹਾਨੂੰ ਸ਼ੋ ਕਰਨਾ ਪੈਂਦਾ ਹੈ। ਅਗੇਨ ਸ਼ੋ ਮਨੀ ਹੈ, ਨਾ ਸਾਨੂੰ ਦੇਣਾ ਨਾ ਗਵਰਨਮੈਂਟ ਆਫ ਕੈਨੇਡਾ ਨੂੰ ਦੇਣਾ, ਬਟ ਇਟ ਸ਼ੁੱਡ ਬੀ ਇਨ ਯੂਰ ਅਕਾਊਂਟ
ਟਿਲ ਦਾ ਟਾਈਮ ਯੂ ਗੈਟ ਪਰਮਨੈਂਟ ਰੈਜ਼ੀਡੈਂਸੀ, ਔਰ ਇਹ ਤੁਸੀਂ ਆਪਣੇ ਨਾਲ ਕੈਨੇਡਾ ਵੀ ਲਿਜਾ ਸਕਦੇ ਹੋ। ਇੱਥੇ ਇੱਕ ਗੱਲ ਤਾਂ ਕਲੀਅਰ ਹੋ ਗਈ ਹੈ ਵੀ ਤੁਹਾਡੇ ਪੈਸੇ ਨੂੰ ਕਿਸੇ ਵੀ ਤਰੀਕੇ ਦਾ ਕੋਈ ਵੀ ਖਤਰਾ ਨਹੀਂ ਹੈ, ਪੈਸੇ ਤੁਹਾਡੇ ਕੋਲ ਹੀ ਰਹਿਣੇ ਆ, ਤੁਹਾਡੇ ਅਕਾਊਂਟ ਦੇ ਵਿੱਚ ਹੀ ਰਹਿਣੇ ਆ, ਬਸ ਉਹਨੂੰ ਇੱਕ ਸਹੀ ਤਰੀਕੇ ਨਾਲ ਪੇਸ਼ ਕੀਤਾ ਜਾਊਗਾ। ਸੋ ਹੁਣ ਤੁਸੀਂ ਸਾਨੂੰ ਇਹ ਦੱਸੋ ਵੀ ਕੰਟੈਕਟ ਕਿਵੇਂ ਕਰ ਸਕਦੇ ਨੇ ਤੁਹਾਡੇ ਨਾਲ, WWICS ਦੀ ਟੀਮ ਦੇ ਨਾਲ ਜਿਹੜਾ ਕੈਂਡੀਡੇਟ ਹੈ ਕਿਸ ਤਰੀਕੇ ਨਾਲ ਰਾਬਤਾ ਕਰੇ? ਮੇਜਰ ਸਿਟੀਜ਼ 'ਚ ਸਭ ਜਗ੍ਹਾ ਸਾਡੇ ਆਫਿਸਿਸ ਨੇ ਜੀ, ਖਾਸ ਕਰ ਪੰਜਾਬ ਦੀ ਗੱਲ ਕਰੀਏ, ਲੁਧਿਆਣਾ, ਚੰਡੀਗੜ੍ਹ, ਮੋਹਾਲੀ, ਅੰਮ੍ਰਿਤਸਰ, ਜਲੰਧਰ, ਸਭ ਜਗ੍ਹਾ ਆਫਿਸਿਸ ਨੇ। ਤੁਸੀਂ ਉੱਥੇ ਬ੍ਰਾਂਚ 'ਚ ਜਾ ਕੇ ਮਿਲ ਸਕਦੇ ਹੋ। ਸਾਰਾ ਕੁਆਲੀਫਾਈਡ ਸਟਾਫ ਹੈ, ਟ੍ਰੇਨਡ ਸਟਾਫ ਹੈ। ਹੈੱਡ ਆਫਿਸ ਦੇ ਵਿੱਚ ਪੂਰੀ ਟੀਮ ਹੈ ਸੇਲਸ ਦੀ, ਜਿਹਦੇ ਨਾਲ ਤੁਸੀਂ ਗੱਲ ਕਰ ਸਕਦੇ ਹੋ, ਕਸਟਮਰ ਕੇਅਰ ਤੇ ਗੱਲ ਕਰ ਸਕਦੇ ਹੋ। ਅਦਰਵਾਈਜ਼ ਜਿੰਨੇ ਸੋਸ਼ਲ ਮੀਡੀਆ ਪਲੇਟਫਾਰਮਸ ਨੇ, ਫੇਸਬੁੱਕ ਜਾਂ ਲਿੰਕਡਇਨ ਜਾਂ ਇੰਸਟਾਗ੍ਰਾਮ, ਉੱਥੇ ਵੀ ਸਾਡੇ ਨਾਲ ਤੁਸੀਂ ਚੈਟ ਕਰ ਸਕਦੇ ਹੋ, ਆਪਣੀ ਕੁਐਰੀ ਪੋਸਟ ਕਰ ਸਕਦੇ ਹੋ। ਫ੍ਰੀ ਅਸੈਸਮੈਂਟ ਲਈ ਵੈਬਸਾਈਟ ਤੇ ਲਿੰਕ ਦਿੱਤਾ ਹੋਇਆ ਹੈ, ਤੁਸੀਂ ਆਪਣਾ ਰਿਜ਼ਿਊਮ ਪੋਸਟ ਕਰਕੇ ਯੂ ਕੈਨ ਰਿਕੁਐਸਟ ਫॉर ਅ ਫ੍ਰੀ ਅਸੈਸਮੈਂਟ। ਟੈਕਨੀਕਲ ਟੀਮ ਤੁਹਾਨੂੰ ਪੂਰੀ ਹੈਲਪ ਕਰਦੀ ਹੈ। ਤੁਹਾਡਾ ਰਿਜ਼ਿਊਮ ਮਿਲਣ ਤੋਂ ਬਾਅਦ ਵੀ ਤੁਹਾਨੂੰ ਫੋਨ ਕਰਕੇ ਕਨਫਰਮ ਕਰਦੀ ਹੈ ਹਰ ਚੀਜ਼ਾਂ। ਜੋ ਇਨਫੋਰਮੇਸ਼ਨ ਨਹੀਂ ਤੁਸੀਂ ਦਿੱਤੀ, ਉਹ ਲੈਣ ਤੋਂ ਬਾਅਦ ਤੁਹਾਨੂੰ ਕਨਵੇ ਕੀਤਾ ਜਾਂਦਾ ਹੈ ਕਿ ਤੁਸੀਂ ਕਿਸ ਪ੍ਰੋਗਰਾਮ ਲਈ ਐਲੀਜੀਬਲ ਹੋ। So this is how you can confirm your eligibility and you can start a process right away. ਬਹੁਤ ਖਾਸ ਗੱਲਬਾਤ ਚੱਲਦੀ ਪਈ ਹੈ ਤੇ ਇਸ ਦੇ ਨਾਲ ਜੁੜੀਆਂ ਹੋਰ ਵੀ ਕਈ ਤਰੀਕੇ ਨੇ ਕਿ ਤੁਸੀਂ ਕਿਵੇਂ ਕੈਨੇਡਾ ਵਿੱਚ PR ਲੈ ਸਕਦੇ ਹੋ, ਪਰ ਹੁਣ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਹੁਣ ਵੇਲਾ ਹੋ ਗਿਆ ਹੈ ਜਾਣ ਦਾ, ਤੇ ਬਾਕੀ ਸਾਰੀਆਂ ਜਿਹੜੀਆਂ ਗੱਲਾਂ ਨੇ, ਤੁਹਾਡੀ ਕੋਈ ਵੀ ਕੁਐਰੀ ਹੈ ਤੁਸੀਂ ਸਾਨੂੰ ਕਿਸੇ ਵੀ ਤਰੀਕੇ ਦੇ ਨਾਲ ਕੰਟੈਕਟ ਕਰ ਸਕਦੇ ਹੋ। ਤੁਸੀਂ ਇਹਨਾਂ ਦੀ ਸੋਸ਼ਲ ਸਾਈਟਸ 'ਤੇ ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ, ਇਹਨਾਂ ਦੇ ਨੰਬਰ ਦੇ ਉੱਤੇ ਇਹਨਾਂ ਦੇ ਨਾਲ ਰਾਬਤਾ ਕਰ ਸਕਦੇ ਹੋ। ਸੋ ਹੁਣ ਵੇਲਾ ਹੋ ਗਿਆ ਹੈ ਜਾਣ ਦਾ, ਜਲਦੀ ਆਵਾਂਗੇ ਅਗਲੇ ਕਈ ਸਵਾਲਾਂ ਦੇ ਨਾਲ। ਤਦ ਤੱਕ ਦੇ ਲਈ ਤੁਸੀਂ ਰੱਖੋ ਆਪਣਾ ਧਿਆਨ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।